आप लिहो तुम कथा सुधारी। सतनाम श्री वाहिगुरु साहिब जी। अजमत जत श्री नानक गादी, करे सेव बनियत अहलादी। बिगड़न ते पाए न कल्याण, एह तो सारे विद्यत जहान। वाहिगुरु जी का खालसा, वाहिगुरु जी की फतेह। सत्कारयोग गुरु की साजी नवाजी साध संगत जी, ਆਪ ਜੀ ਸਤਿਗੁਰਾਂ ਦੀ ਗੋਦ ਵਿੱਚ ਬੈਠ ਕੇ ਸੰਧਿਆ ਦੇ ਦੀਵਾਨਾਂ ਵਿੱਚ ਸੋਧਾ ਰਹਿਰਾਸ ਸਾਹਿਬ ਜੀ ਦੇ ਪਾਠ, ਆਰਤੀ ਦਾ ਕੀਰਤਨ ਸਰਵਣ ਕਰ ਰਹੇ ਸੀ। ਆਓ ਹੁਣ ਆਪਣੀਆਂ ਮਨਵਿਰਤੀਆਂ ਨੂੰ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਜੀ ਦੇ ਚਰਨਾਂ 'ਚ ਜੋੜੀਏ। ਆਪ ਜੀ ਨੇ ਪਿਛਲੇ ਪ੍ਰਕਰਣਾਂ ਵਿੱਚ ਸਰਵਣ ਕੀਤਾ ਹੈ। ਸਤਿਗੁਰੂ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਜੰਗ ਫਤਿਹ ਕੀਤਾ। 7000 ਤੁਰਕਾਂ ਦੀ ਫੌਜ ਮੁਗਲ ਸਿੱਖਾਂ ਦੇ ਨਾਲ ਚੜ੍ਹ ਕੇ ਆਈ ਸੀ। ਮੈਦਾਨੇ ਜੰਗ ਵਿੱਚ ਹੀ ਫਤਿਹ ਕਰ ਦਿੱਤੀ ਔਰ ਦੁਸ਼ਟਾਂ ਨੂੰ ਨਿਬੇੜ ਕੇ ਮਹਾਰਾਜ ਸਾਹਿਬ ਜੀ ਝਬਾਲ ਪਿੰਡ ਪਹੁੰਚੇ, ਜਿੱਥੇ ਆਪਣੀ ਬੇਟੀ ਬੀਬੀ ਬੀਰੋ ਦਾ ਵਿਆਹ ਭਾਈ ਸਾਧੂ ਦੇ ਨਾਲ ਕਰਕੇ ਡੋਲੀ ਤੋਰ ਦਿੱਤੀ। ਆਪ ਸਤਿਗੁਰੂ ਜੀ ਤਰਨਤਾਰਨ ਸਾਹਿਬ ਔਰ ਤਰਨਤਾਰਨ ਸਾਹਿਬ ਤੋਂ ਗੋਇੰਦਵਾਲ ਸਾਹਿਬ ਵੱਲ ਚਾਲੇ ਪਾਏ। ਉਧਰੋਂ ਜਿਹੜੀ ਭੱਜੀ ਹੋਈ ਫੌਜ ਸੀ, ਥੋੜ੍ਹੇ ਬਾਲੇ ਬਚੇ ਹੋਏ, ਉਹ ਬਾਦਸ਼ਾਹ ਕੋਲ ਗਏ ਔਰ ਆਪਣੀ ਹਾਰ ਦਾ ਕਿੱਸਾ ਸੁਣਾਇਆ। ਸੁਣ ਕੇ ਬਾਦਸ਼ਾਹ ਨੂੰ ਬੜੀ ਅੱਗ ਲੱਗੀ। ਫਿਰ ਆਪਣੀਆਂ ਜਰਨੈਲਾਂ ਨੂੰ ਸੱਦ ਕੇ ਕਹਿਣ ਲੱਗਾ ਕਿ ਜਾਓ ਗੁਰੂ ਹਰਗੋਬਿੰਦ ਸਾਹਿਬ ਨਾਲ ਯੁੱਧ ਕਰਨ ਦੀ ਤਿਆਰੀ ਕਰੋ। ਕੋਲ ਵਜ਼ੀਰ ਖਾਂ ਖੜਾ ਸੀ, ਜੋ ਗੁਰੂ ਘਰ ਦਾ ਪੱਕਾ ਸ਼ਰਧਾਲੂ, ਬਾਣੀ ਦਾ ਰਸੀਆ ਤੇ ਸੁਖਮਨੀ ਸਾਹਿਬ ਦੇ 2 ਪਾਠ ਨੇਮ ਨਾਲ ਰੋਜ਼ ਕਰਦਾ ਸੀ। ਉਸ ਵਜ਼ੀਰ ਖਾਨ ਨੇ ਬਾਦਸ਼ਾਹ ਨੂੰ ਬੇਨਤੀ ਕੀਤੀ, ਬਾਦਸ਼ਾਹ ਸਲਾਮਤ, ਕਰਨੀ ਤੁਸੀਂ ਆਪਣੀ ਮਰਜ਼ੀ ਹੈ, ਪਰ ਮੈਂ ਤੁਹਾਡਾ ਸ਼ੁਭ ਚਿੰਤਕ ਹੋਣ ਦੇ ਨਾਤੇ ਤੁਹਾਨੂੰ ਇਹ ਸਲਾਹ ਦਿਆਂ ਕਿ ਗੁਰੂਆਂ ਪੀਰਾਂ ਸੰਤਾਂ ਮਹਾਂਪੁਰਸ਼ਾਂ ਨਾਲ ਮੱਥਾ ਨਹੀਂ ਲਾਈਦਾ। ਸੰਤਾਂ ਨਾਲ ਵੈਰ ਕਮਾਉਂਦੇ, ਦੁਸ਼ਟਾਂ ਨਾਲ ਮੋਹ ਪਿਆਰ, ਆਗੇ ਪਾਛੇ ਸੁੱਖ ਨਹੀਂ, ਮਰ ਜੰਮੈ ਵਾਰੋ ਵਾਰ। ਇਹ ਗੁਰੂ ਨਾਨਕ ਦੀ ਗੱਦੀ ਬੜੀ ਮਹਾਨ ਗੱਦੀ ਹੈ। ਕੋਈ ਬਚਨ ਗੁਰੂ ਸਾਹਿਬ ਦਾ ਨਿਕਲ ਗਿਆ, ਤੁਹਾਡੇ ਸਰੀਰ ਨੂੰ ਕੋਈ ਕਸ਼ਟ ਹੋ ਗਿਆ, ਫਿਰ ਕੀ ਕਰੋਗੇ? ਇਹਨਾਂ ਸਾਧੂਆਂ ਸੰਤਾਂ ਮਹਾਂਪੁਰਸ਼ਾਂ ਫਕੀਰਾਂ ਤੋਂ ਡਰਦੇ ਰਹਿਣਾ ਚਾਹੀਦਾ। ਇਹ ਬਚਨ ਵਜ਼ੀਰ ਖਾਂ ਬਾਦਸ਼ਾਹ ਦੇ ਕੰਨਾਂ ਵਿੱਚ ਪਾ ਰਿਹਾ, ਬਾਦਸ਼ਾਹ ਨੂੰ ਸਮਝਾ ਰਿਹਾ, ਇਸ ਲੜਾਈ ਨੂੰ ਟਾਲਣ ਦਾ ਯਤਨ ਕਰ ਰਿਹਾ। ਆਓ ਇਹ ਕਥਾ ਸਰਵਣ ਕਰੀਏ, ਪ੍ਰੇਮ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਜਮਤ ਜਤ ਸ਼੍ਰੀ ਨਾਨਕ ਗਾਦੀ। ਕਹਿਣ ਲੱਗਾ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਗੱਦੀ ਬੜੀਆਂ ਅਜਮਤਾਂ ਨਾਲ ਭਰੀ ਹੋਈ ਹੈ। ਕਰੇ ਸੇਵ ਬਨੀਅਤ ਅਹਲਾਦੀ। ਇਹ ਬਾਦਸ਼ਾਹ ਜਿਹੜਾ ਇਸ ਗੱਦੀ ਦੀ ਸੇਵਾ ਕਰਦਾ, ਉਹਨੂੰ ਖੁਸ਼ੀਆਂ ਮਿਲਦੀਆਂ ਨੇ, ਉਹਦੇ ਘਰ ਵਿੱਚ ਰੱਬ ਦੀਆਂ ਰਹਿਮਤਾਂ ਹੁੰਦੀਆਂ ਨੇ। ਬਿਗੜਨ ਤੇ ਪਾਏ ਨਾ ਕਲਿਆਣ। ਜਿਹੜਾ ਇਸ ਗੱਦੀ ਨਾਲ ਮੱਥਾ ਲਾਉਂਦਾ, ਵਿਗੜ ਪੈਂਦਾ, ਉਹਦਾ ਭਲਾ ਨਹੀਂ ਹੁੰਦਾ। ਇਹ ਤੋਂ ਸਾਰੇ ਵਿਦਿਅਤ ਜਹਾਨ। ਔਰ ਇਹ ਬਾਦਸ਼ਾਹ, ਇਹ ਗੱਲ ਸਾਰੀ ਦੁਨੀਆ ਨੂੰ ਪਤਾ, ਇਹ ਮੈਂ ਨਹੀਂ ਕਹਿ ਰਿਹਾ, ਹਿੰਦੁਸਤਾਨ ਦਾ ਬੱਚਾ ਜਾਣਦਾ, ਸਾਰੀ ਦੁਨੀਆ ਜਾਣਦੀ ਹੈ ਕਿ ਗੁਰੂ ਨਾਨਕ ਸਾਹਿਬ ਦੀ ਬਰਾਬਰੀ ਕੋਈ ਕਰ ਨਹੀਂ ਸਕਦਾ। ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਹਾਂਜੀ, ਮੀਆਂ ਮੀਰ ਪੀਰ ਗੰਭੀਰ। ਤੁਹਾਡੇ ਵੱਡੇ ਮਹਾਂਪੁਰਸ਼ ਸਾਈਂ ਮੀਆਂ ਮੀਰ ਜੀ ਪੀਰਾਂ ਦੇ ਪੀਰ ਹਨ। ਇਹੋ ਜਿਹੇ ਮਹਾਂਪੁਰਸ਼ ਲੱਭਣੇ ਬੜੇ ਮੁਸ਼ਕਲ ਹਨ, ਜਿਹੜੇ ਹਰ ਵੇਲੇ ਅੱਲਾ ਦੀ ਯਾਦ ਵਿੱਚ ਜੁੜੇ ਰਹਿਣ ਵਾਲੇ, ਕਰਾਮਾਤਾਂ ਸ਼ਕਤੀਆਂ ਰਿਧੀਆਂ ਸਿੱਧੀਆਂ ਦੇ ਮਾਲਕ, ਜਿਨ੍ਹਾਂ ਦੇ ਚਰਨਾਂ ਵਿੱਚ ਸਾਰੀਆਂ ਗੈਬੀ ਸ਼ਕਤੀਆਂ ਵਸਦੀਆਂ ਹਨ ਔਰ ਰੂਹਾਨੀ ਮੰਡਲ ਦੇ ਵਿੱਚ ਵਿਚਰਨ ਵਾਲੇ ਸਾਧੂ ਹਨ ਸਾਈਂ ਮੀਆਂ ਮੀਰ ਜੀ। ਮਨ ਹੈ ਤੁਰ ਕਾਨੋ ਲਖ ਧੀਰ। ਸਾਰਾ ਹਿੰਦੁਸਤਾਨ ਹੀ ਨਹੀਂ, ਮੱਕੇ ਮਦੀਨੇ ਤੱਕ ਮੁਸਲਮਾਨ ਉਹਨਾਂ ਨੂੰ ਮੰਨਦੇ ਹਾਂ। ਕੋਈ ਮਸਲਾ ਮੱਕੇ ਮਦੀਨੇ 'ਚ ਵੀ ਹੱਲ ਨਾ ਹੋਵੇ ਤੇ ਉਹ ਸਾਈਂ ਮੀਆਂ ਮੀਰ ਜੀ ਕੋਲ ਆਉਂਦੇ ਹਨ, ਉਹਨਾਂ ਕੋਲੋਂ ਆਪਣੇ ਰੂਹਾਨੀ ਮਸਲੇ ਹੱਲ ਕਰਵਾਉਂਦੇ ਹਨ। ਤਿਨਹੁ ਅਦਾਇਬ ਕੇ ਤਕ ਰਾਖਾ। ਤੇ ਗੁਰੂ ਹਰਗੋਬਿੰਦ ਸਾਹਿਬ ਦਾ ਸਾਈਂ ਮੀਆਂ ਮੀਰ ਜੀ ਵੀ ਸਤਿਕਾਰ ਕਰਦੇ ਹਨ। ਉਹਨਾਂ ਨੂੰ ਅੱਗੋਂ ਦੀ ਲੈਣ ਜਾਂਦੇ ਹਨ,
ਉਹਨਾਂ ਨੂੰ ਆਪਣੀ ਉੱਤੋਂ ਉੱਚੀ ਥਾਂ ਤੇ ਬਿਠਾਉਂਦੇ ਹਨ। ਕਿੰਨਾ ਅਦਬ ਰੱਖਦੇ ਹਨ ਵੀ ਸਾਈਂ ਮੀਆਂ ਮੀਰ ਜੀ ਕਹਿੰਦੇ ਹਨ ਕਿ ਗੁਰੂ ਹਰਗੋਬਿੰਦ ਸਾਹਿਬ ਅੱਲਾ ਹੀ ਹੈ, ਖੁਦਾ ਹੀ ਹੈ। ਹਾਂਜੀ। ਤੁਮ ਪੁੱਛਾ ਗੁਰ ਜਸ ਅਤ ਭਾਖਾ। ਤੇ ਬਾਦਸ਼ਾਹ ਤੁਸੀਂ ਕੁਝ ਦਿਨ ਪਹਿਲਾਂ ਪੁੱਛਿਆ ਵੀ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਦੀ ਕੀ ਅਵਸਥਾ ਹੈ, ਤੇ ਸਾਈਂ ਮੀਆਂ ਮੀਰ ਨੇ ਤੁਹਾਨੂੰ ਦੱਸਿਆ ਸੀ ਵੀ ਮੇਰੀ ਨਿਗਾਹ ਵਿੱਚ ਉਹੀ ਖੁਦਾ ਹਨ, ਹੋਰ ਕੋਈ ਖੁਦਾ ਮੈਂ ਵੇਖਿਆ ਨਹੀਂ। ਗੁਰੂ ਹਰਗੋਬਿੰਦ ਸਾਹਿਬ ਵੇਖੇ ਨੇ। ਜਦੋਂ ਅਸੀਂ ਅਕਾਲ ਪੁਰਖ ਦੇ ਦਰਬਾਰ 'ਚ ਜਾਂਦੇ ਹਾਂ ਤੇ ਉੱਥੇ ਅਕਾਲ ਪੁਰਖ ਦੇ ਦਰਬਾਰ ਦੇ ਵਿੱਚ ਅੱਲਾਹ ਤਾਲਾ ਦੇ ਦਰਬਾਰ 'ਚ ਗੁਰੂ ਹਰਗੋਬਿੰਦ ਸਾਹਿਬ ਹੀ ਦਿਖਦੇ ਹੈ, ਹੋਰ ਨਹੀਂ ਕੋਈ ਦਿਸਦਾ। ਇਸ ਕਰਕੇ ਮੇਰੀ ਨਿਗਾਹ ਵਿੱਚ ਗੁਰੂ ਹਰਗੋਬਿੰਦ ਸਾਹਿਬ ਤੋਂ ਵੱਡਾ ਕੋਈ ਨਹੀਂ ਹੈ। ਗੁਰ ਖੁਦਾਏ ਕੇ ਰੂਪ ਬਤਾਏ। ਸਾਈਂ ਮੀਆਂ ਮੀਰ ਨੇ ਤੁਹਾਨੂੰ ਦੱਸਿਆ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਖੁਦਾ ਦੇ ਰੂਪ ਹਨ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਅੱਲਾ ਦਾ ਨੂਰ ਹਨ। ਸਕਲ ਪੀਰ ਜਹ ਨਿਸ ਦਿਨ ਧਿਆਏ। ਸਾਰੇ ਪੀਰ ਫਕੀਰ ਪੈਗੰਬਰ ਉਹਨਾਂ ਨੂੰ ਧਿਆਉਂਦੇ ਹਨ। ਸਭ ਸ੍ਰਿਸ਼ਟ ਸੇਵੇ ਦਿਨ ਰਾਤ ਜੀਓ। ਸਾਰੀ ਸ੍ਰਿਸ਼ਟੀ ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ ਜਪਦੀ ਹੈ। ਜੇ ਰਿਸ ਕਰ ਸ਼੍ਰੀ ਹਰਗੋਬਿੰਦ। ਗੁਰੂ ਹਰਗੋਬਿੰਦ ਸਾਹਿਬ ਨੂੰ ਤੁਸੀਂ ਨਾਰਾਜ਼ ਨਾ ਕਰੋ। ਜੇ ਕਿਤੇ ਉਹ ਨਾਰਾਜ਼ ਹੋ ਕੇ, ਗੁੱਸੇ ਹੋ ਕੇ ਕਹਿ ਕੋ ਵਾਕ ਬਨ ਸ਼ਤਰ ਮਨਿੰਦ। ਆਪਣੀ ਰਸਨਾ ਤੋਂ ਕੋਈ ਸਰਾਪ ਦੇ ਦੇਣ ਤੇ ਤੁਸੀਂ ਬਚ ਨਹੀਂ ਪਾਓਗੇ। ਬਾਦਸ਼ਾਹ ਤੁਹਾਡੇ ਲਈ ਬੜੀਆਂ ਮੁਸੀਬਤਾਂ ਖੜੀਆਂ ਹੋ ਜਾਣਗੀਆਂ, ਕਿਉਂਕਿ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਮਹਾਂਪੁਰਸ਼ ਜੋ ਬੋਲ ਦਿੰਦੇ ਹੈ ਉਹ ਇੱਥੇ ਵੀ ਸੱਚ ਹੁੰਦਾ, ਅੱਗੇ ਵੀ ਸੱਚ ਹੁੰਦਾ। ਉਹਨਾਂ ਦੀ ਰਸਨਾ ਤੋਂ ਨਿਕਲੇ ਬੋਲ ਕਿਸੇ ਕੋਲੋਂ ਮੋੜੇ ਨਹੀਂ ਜਾਂਦੇ। ਪੁੰਨ ਉਪਾਏ ਨਹ ਬਨ ਹੈ ਕੋਈ। ਜੇ ਗੁਰੂ ਹਰਗੋਬਿੰਦ ਸਾਹਿਬ ਕੋਈ ਬਚਨ ਕਰ ਦੇਣ, ਤੁਹਾਡੀ ਸਿਹਤ ਦਾ, ਤੁਹਾਡੇ ਸਰੀਰ ਦਾ ਕੋਈ ਨੁਕਸਾਨ ਹੋਵੇ, ਤੁਹਾਡੇ ਰਾਜ ਕਾਜ ਦਾ ਕੋਈ ਕੰਮ ਵਿਗੜੇ, ਉਹਦਾ ਫਿਰ ਕੋਈ ਹੱਲ ਨਹੀਂ ਕਿਸੇ ਕੋਲ। ਕਿਸੇ ਪੀਰ ਫਕੀਰ ਵਿੱਚ ਇੰਨੀ ਤਾਕਤ ਨਹੀਂ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਬਚਨਾਂ ਦੇ ਤੀਰਾਂ ਨੂੰ ਮੋੜ ਸਕੇ। ਹਾਂਜੀ। ਮਿਟ ਹੈ ਨਹੀਂ ਸਫਲ ਸੋ ਹੋਈ। ਉਹਨਾਂ ਦੇ ਬਚਨ ਨੂੰ ਕੋਈ ਨਹੀਂ ਮੇਟ ਸਕਦਾ। ਇੱਕ ਸਾਧ ਬਚਨ ਅਟ ਲਾਧਾ, ਅਟਲ ਬਚਨ ਨਾਨਕ ਗੁਰ ਤੇਰਾ, ਸਫਲ ਕਰ ਮਸਤਕ ਧਾਰਿਆ। ਕੋਈ ਦੁਨੀਆ ਦੀ ਤਾਕਤ ਨਹੀਂ ਮਹਾਰਾਜ ਸਾਹਿਬ ਜੀ ਦੀ ਰਸਨਾ ਦੇ ਬੋਲਾਂ ਨੂੰ ਮੇਟ ਸਕੇ। ਕੁਸ਼ਲ ਸਰੀਰ ਆਪ ਹੀ ਚਾਹੀ। ਮੈਂ ਆਪ ਦਾ ਸੇਵਕ ਹਾਂ, ਤੁਹਾਡਾ ਲੂਣ ਖਾਂਦਾ ਬਾਦਸ਼ਾਹ ਸਲਾਮਤ, ਤੁਹਾਡੀ ਖੈਰ ਖਾ ਹਾਂ। ਮੈਂ ਚਾਹੁੰਦਾ ਤੁਹਾਡਾ ਸਰੀਰ ਰਾਜੀ ਰਵੇ, ਤੁਹਾਡੇ ਉੱਤੇ ਕੋਈ ਕਸ਼ਟ ਨਾ ਆਵੇ। ਜਾਂ ਤੇ ਮੈਂ ਤੁਮ ਸੋ ਇਮ ਕਹੀ। ਇਸ ਕਰਕੇ ਸ਼ਹਿਨਸ਼ਾਹ ਮੈਂ ਤੁਹਾਨੂੰ ਇਹ ਸੱਚਾਈ ਦੱਸੀ ਹੈ, ਤੁਸੀਂ ਪੁੱਛੀ ਹੈ, ਤੇ ਮੈਂ ਤੁਹਾਡਾ ਸਲਾਹਕਾਰ ਹੋਣ ਦੇ ਨਾਤੇ ਤੁਹਾਨੂੰ ਚੰਗੀ ਸਲਾਹ ਦੇਣੀ ਚਾਹੁੰਦਾ। ਹਾਂਜੀ। ਆਗੇ ਮਾਲਕ ਆਪ ਵਿਚਾਰੋ। ਅੱਗੇ ਤੁਸੀਂ ਮਾਲਕ, ਤੁਸੀਂ ਸ਼ਹਿਨਸ਼ਾਹ ਹੋ, ਮੈਂ ਤੁਹਾਡਾ ਨੌਕਰ ਹਾਂ। ਨੌਕਰ ਸਲਾਹ ਦੇ ਸਕਦਾ ਹੈ, ਕਰਨੀ ਤੇ ਮਾਲਕ ਨੇ ਆਪਣੇ ਮਨ ਦੀ ਮਰਜ਼ੀ ਹੈ। ਤੁਸੀਂ ਸ਼ਹਿਨਸ਼ਾਹ ਹਿੰਦੁਸਤਾਨ ਹੋ, ਭਾਰਤ ਦੇ ਹਿੰਦੁਸਤਾਨ ਦੇ ਬਾਦਸ਼ਾਹ ਹੋ। ਤੁਸੀਂ ਜੋ ਤੁਸੀਂ ਮੂੰਹ ਤੋਂ ਕਹੋਗੇ ਹੋਣਾ ਤੇ ਉਹੀ ਹੈ। ਮੈਂ ਤੁਹਾਨੂੰ ਸਿਰਫ ਸਲਾਹ ਦਿੱਤੀ ਹੈ, ਅੱਗੇ ਵਿਚਾਰ ਲਓ ਵੀ ਜੇ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਨਾਲ ਬਣਾ ਕੇ ਰੱਖਣੀ ਹੈ ਜਾਂ ਉਹਨਾਂ ਦੇ ਨਾਲ ਵਿਗਾੜ ਪਾਉਣਾ ਹੈ। ਛੋਟੀਆਂ ਛੋਟੀਆਂ ਗੱਲਾਂ ਪਿੱਛੇ ਬਹੁਤੀਆਂ ਵੱਡੀਆਂ ਲੜਾਈਆਂ ਕਰਨੀਆਂ ਸਿਆਣਿਆਂ ਦਾ ਕੰਮ ਨਹੀਂ ਹੁੰਦਾ। ਤੁਸੀਂ ਸਿਆਣੇ ਬਾਦਸ਼ਾਹ ਹੋ, ਮਹਾਂਪੁਰਸ਼ਾਂ ਸਾਧੂਆਂ ਨਾਲ ਕਾਹਦਾ ਵੈਰ। ਹਾਂਜੀ। ਆਪਣੀ ਭਲੀ ਬੁਰੀ ਨਿਰਧਾਰੋ। ਤੁਸੀਂ ਆਪ ਆਪਣਾ ਭਲਾ ਬੁਰਾ ਸੋਚ ਸਕਦੇ ਹੋ। ਤੁਹਾਨੂੰ ਅੱਲਾਹ ਤਾਲਾ ਨੇ ਬੜੀ ਉਜਲ ਬੁੱਧੀ ਦਿੱਤੀ ਬਾਦਸ਼ਾਹ, ਤੁਸੀਂ ਬੜੇ ਸਿਆਣੇ ਹੋ। ਸਲਾਹ ਕਰ ਲਓ ਆਪਣੇ ਮਨ ਨਾਲ ਵੀ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਨਾਲ ਕਿਸ ਤਰ੍ਹਾਂ ਪੇਸ਼ ਆਉਣਾ ਹੈ। ਔਰ ਮੈਂ ਸੁਣਿਓ ਸੋ ਕਿਨਹੁ ਉਚਾਰੇ। ਮੈਂ ਨਾਲ ਇੱਕ ਹੋਰ ਗੱਲ ਸੁਣੀ, ਮੈਨੂੰ ਕਿਸੇ ਨੇ ਹੁਣੇ ਖਬਰ ਦਿੱਤੀ ਹੈ। ਹਾਂਜੀ। ਸ਼੍ਰੀ ਅੰਮ੍ਰਿਤਸਰ ਸ਼ੋਰ ਸਧਾਰੇ। ਗੁਰੂ ਹਰਗੋਬਿੰਦ ਸਾਹਿਬ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਛੱਡ ਕੇ ਚਲੇ ਗਏ। ਉਹ ਕਿੱਧਰ ਹੋਰ ਚਲੇ ਗਏ। ਜੇ ਉੱਥੇ ਹੁੰਦੇ ਤੁਹਾਡੇ ਨਾਲ ਜਿੱਦਬਾਜ਼ੀ ਹੋਣੀ ਸੀ, ਲੜਾਈ ਹੋਣੀ ਸੀ, ਤੁਸੀਂ ਕਰ ਲੈਂਦੇ। ਜਦੋਂ ਉੱਥੋਂ ਚਲੇ ਗਏ ਨੇ ਤੇ ਉਹਨਾਂ ਦਾ ਪਿੱਛਾ ਕਰਨ ਦਾ ਹੁਣ ਕੋਈ ਲਾਭ ਨਹੀਂ ਹੈ। ਚੜ ਲਸ਼ਕਰ ਕਿਤ ਜਾਏ ਪਛਾਰੀ। ਜੇ ਤੁਸੀਂ ਉਹਨਾਂ ਦੇ ਪਿੱਛੇ ਫੌਜਾਂ ਭੇਜੋਗੇ, ਲਸ਼ਕਰ ਜਾਏਗਾ, ਸੈਨਾ ਉਹਨਾਂ ਦਾ ਪਿੱਛਾ ਕਰੇਗੀ,
ਰੌਰਾ ਪਰਹਿ ਮੁਲਖ ਮਹਿ ਭਾਰੀ। ਮੁਲਕ 'ਚ ਰੌਲਾ ਪਏਗਾ, ਦੇਸ਼ ਦੇ ਅੰਦਰ ਰੌਲਾ ਪਏਗਾ। ਜਦੋਂ ਆਪਣੇ ਦੇਸ਼ ਦਾ ਬਾਦਸ਼ਾਹ ਆਪਣੀ ਪ੍ਰਜਾ ਦੇ ਲੋਕਾਂ ਨਾਲ ਲੜਨ ਲਈ ਫੌਜਾਂ ਭੇਜਦਾ ਨਾ, ਉਦੋਂ ਦੇਸ਼ ਦੀ ਬਦਨਾਮੀ ਹੁੰਦੀ। ਕੋਈ ਚੰਗਾ ਨਹੀਂ ਕਹਿੰਦਾ ਬਈ ਆਪਣੇ ਹੀ ਮੁਲਕ ਦੇ ਵਿੱਚ ਆਪਣੀ ਪ੍ਰਜਾ ਉੱਤੇ, ਸਾਧੂਆਂ ਸੰਤਾਂ ਉੱਤੇ ਹਮਲਾ। ਚਲੋ ਕੋਈ ਬਾਹਰਲੇ ਮੁਲਕ ਦਾ ਬੰਦਾ ਹਮਲਾ ਕਰੇ, ਬਾਦਸ਼ਾਹ ਕੋਈ ਦੂਸਰਾ, ਉਹਦੇ ਮੁਕਾਬਲੇ ਤੇ ਫੌਜ ਤੁਹਾਡੀ ਜਾਂਦੀ, ਠੀਕ। ਇੱਕ ਸਾਧੂ ਗੁਰੂ ਨਾਨਕ ਦੀ ਗੱਦੀ ਦੇ ਮਾਲਕ, ਫਕੀਰ ਸਾਧੂ, ਉਹਨਾਂ ਦੇ ਪਿੱਛੇ ਤੁਸੀਂ ਫੌਜਾਂ ਭੇਜੋ ਤੇ ਮੁਲਕ 'ਚ ਰੌਲਾ ਬਹੁਤ ਪਵੇਗਾ, ਬਦਨਾਮੀ ਤੁਹਾਡੀ ਹੋਵੇਗੀ। ਲਰਨ ਬਿਖੈ ਅਨਗਨ ਹੈ ਦੋਸ਼। ਹੇ ਬਾਦਸ਼ਾਹ, ਗੁਰੂ ਹਰਗੋਬਿੰਦ ਸਾਹਿਬ ਨਾਲ ਲੜਾਈ ਕਰਨ 'ਚ ਬੜੀਆਂ ਹੀ ਸਾਡੇ ਵਾਸਤੇ ਨਮੋਸ਼ੀਆਂ ਹਨ, ਬੜੇ ਦੋਸ਼ ਹਨ, ਬੜੇ ਘਾਟੇ ਹਨ। ਮਮ ਮਤ ਸਨਹੁ ਤਿਆਗ ਦੇਹੁ ਰੋਸ। ਮੇਰੀ ਤਾਂ ਬੇਨਤੀ ਹੈ ਹੱਥ ਜੋੜ ਕੇ, ਜੇ ਤੁਸੀਂ ਮੰਨੋ ਤੇ ਹੁਣ ਗੁੱਸਾ ਗਿਲਾ ਛੱਡੋ, ਰੋਸ ਛੱਡੋ, ਤੁਸੀਂ ਆਪਣੇ ਘਰ ਆਰਾਮ ਨਾਲ ਰਾਜ ਕਰੋ। ਤੇ ਉਹ ਤੇ ਸਾਧੂ ਸੰਤ ਫਿਰਦੇ ਫਕੀਰ, ਉਹਨਾਂ ਨਾਲ ਤੁਸੀਂ ਛੇੜਖਾਨੀ ਨਾ ਕਰੋ। ਸ਼ਾਹ ਜਹਾਂ ਸੁਨ ਹਿਰਦੇ ਵਿਚਾਰੀ। ਵਜ਼ੀਰ ਖਾਨ ਦੀ ਗੱਲ ਦਾ ਅਸਰ ਪੈਂਦਾ ਸੀ, ਕਿਉਂਕਿ ਵਜ਼ੀਰ ਖਾਨ ਗੁਰਬਾਣੀ ਦਾ ਰਸੀਆ ਸੀ। ਸਾਧ ਸੰਗਤ ਜੀ, ਜਿਹੜੇ ਮਹਾਂਪੁਰਸ਼ ਬਾਣੀ ਪੜ੍ਹਦੇ, ਨਾਮ ਜਪਦੇ ਨਾ, ਉਹਨਾਂ ਦੀ ਗੱਲ ਵੀ ਮੋੜਨੀ ਬੜੀ ਔਖੀ ਹੁੰਦੀ ਹੈ। ਮੇਰੇ ਵਰਗੇ ਦੀ ਗੱਲ ਕੋਈ ਮੰਨਦਾ ਨਹੀਂ, ਕੋਈ ਸੁਣਦਾ ਨਹੀਂ। ਤੇ ਜਿਨ੍ਹਾਂ ਨੇ ਰਸਨਾ ਤੇ ਗੁਰਬਾਣੀ ਹੈ, ਗੁਰੂ ਗੁਰੂ ਜਪਦੇ ਨੇ, ਗੁਰੂ ਪਰਮੇਸ਼ਰ ਤੇ ਭਰੋਸਾ ਰੱਖਦੇ ਨੇ, ਜੋ ਕੋਈ ਬੋਲ ਦਿੰਦੇ ਨੇ ਉਹੀ ਮੰਨਿਆ ਜਾਂਦਾ, ਕੋਈ ਮੇਟ ਨਹੀਂ ਸਕਦਾ। ਇਹਨੂੰ ਕਹਿੰਦੇ ਵਾਕ ਸ਼ਕਤੀ। ਬਾਣੀ ਪੜ੍ਹਨ ਵਾਲੇ ਦੀ ਜ਼ੁਬਾਨ 'ਚ ਪਾਵਰ ਹੁੰਦੀ। ਵਜ਼ੀਰ ਖਾਨ 2 ਪਾਠ ਸੁਖਮਨੀ ਸਾਹਿਬ ਦੇ ਨੇਮ ਨਾਲ ਕਰਦਾ ਸੀ, ਉੱਠਦਿਆਂ ਬਹਿੰਦਿਆਂ ਪਰਮੇਸ਼ਰ ਦਾ ਨਾਮ ਜਪੀ ਜਾਂਦਾ ਸੀ, ਕਿਉਂਕਿ ਗੁਰਬਾਣੀ ਸੁਣ ਕੇ ਉਹਦਾ ਜਲੋਦਰ ਦਾ ਰੋਗ ਗਿਆ ਸੀ ਤੇ ਬਾਬਾ ਬੁੱਢਾ ਜੀ ਨੇ ਉਹਨੂੰ ਅਰੋਗ ਕਰ ਦਿੱਤਾ ਸੀ। ਤੇ ਉਸ ਤੋਂ ਬਾਅਦ ਉਹ ਫਿਰ ਨੇਮ ਨਾਲ ਬਾਣੀ ਸੁਖਮਨੀ ਸਾਹਿਬ ਪੜ੍ਹਦਾ ਸੀ। ਤੇ ਉਹਦੀ ਗੱਲ ਬਾਦਸ਼ਾਹ ਵੀ ਸੁਣ ਕੇ ਨਾ ਸੋਚਾਂ 'ਚ ਪੈ ਗਿਆ ਵੀ ਇਹ ਗੱਲ ਤਾਂ ਸਿਆਣੀ ਕਰ ਰਿਹਾ। ਮੇਰੇ ਦੇਸ਼ 'ਚ ਰਹਿੰਦੇ ਨੇ ਗੁਰੂ ਜੀ, ਸਾਧੂ ਸੰਤ ਫਕੀਰ, ਉਹਨਾਂ ਮਹਾਂਪੁਰਸ਼ਾਂ ਨਾਲ ਮੈਂ ਜੰਗ ਕਰਾਂ, ਮੇਰੀ ਬਦਨਾਮੀ ਹੋਵੇਗੀ। ਹਾਂਜੀ, ਉਚਰਹਿ ਸਾਚ ਭਲੇ ਨਿਰਧਾਰੀ। ਬਾਦਸ਼ਾਹ ਸੋਚਣ ਲੱਗ ਪਿਆ, ਵਿਚਾਰਨ ਲੱਗ ਪਿਆ ਵੀ ਇਹ ਗੱਲ ਜਿਹੜੀ ਵਜ਼ੀਰ ਖਾਂ ਕਹਿ ਰਿਹਾ, ਇਹ ਸੱਚ ਕਹਿ ਰਿਹਾ ਹੈ। ਤਨ ਕੀ ਕੁਸ਼ਲ ਸਰਬ ਤੇ ਨੀਕੇ। ਸਭ ਤੋਂ ਜ਼ਰੂਰੀ ਆਪਣਾ ਸਰੀਰ ਰਾਜੀ ਰਵੇ, ਆਪਣੀ ਜਾਨ ਬਚੇ। ਕਿਤੇ ਇਹ ਨਾ ਹੋਵੇ ਮੈਂ ਫੌਜਾਂ ਚਾੜਦਾ ਫਿਰਾਂ ਤੇ ਉਹ ਆਪਣਾ ਬਚਨ ਚਲਾ ਦੇਣ। ਫੌਜਾਂ ਨਾਲ ਤੇ ਫੌਜਾਂ ਲੜ ਲੈਂਦੀਆਂ, ਤਲਵਾਰਾਂ ਵਾਲੇ ਤਲਵਾਰਾਂ ਨਾਲ, ਤੋਪਾਂ ਵਾਲੇ ਤੋਪਾਂ ਨਾਲ ਲੜ ਲੈਂਦੇ ਆ, ਪਰ ਸਾਧੂ ਮਹਾਂਪੁਰਸ਼ ਦੇ ਬੋਲਾਂ ਵਿੱਚੋਂ ਜਿਹੜਾ ਤੀਰ ਚੱਲਦਾ, ਉਹਨੂੰ ਕੌਣ ਰੋਕੇਗਾ? ਆਖੋ ਸ੍ਰੀ ਵਾਹਿਗੁਰੂ। ਗੁਰੂ ਹਰਗੋਬਿੰਦ ਸਾਹਿਬ ਦੀ ਜ਼ੁਬਾਨ ਤੋਂ ਜਿਹੜਾ ਬੋਲ ਨਿਕਲੇਗਾ ਉਹ ਤਾਂ ਨਹੀਂ ਮਿਟੇਗਾ। ਕੋਈ ਸਰਾਪ ਦੇ ਦੇਣ, ਕੋਈ ਬਚਨ ਕਰ ਦੇਣ, ਫਿਰ ਮੇਰਾ ਕੀ ਬਣੇਗਾ? ਦੁੱਖ ਬਹੀਨ ਹੋਏ ਚਾਹਵਤ ਜੀ ਕੇ। ਜਿੰਨਾ ਚਿਰ ਜੀਣਾ ਆਪਾਂ ਸੁੱਖ ਨਾਲ ਜੀਵੀਏ, ਕਾਹਨੂੰ ਕਿਸੇ ਮਹਾਂਪੁਰਸ਼ ਦਾ ਸਰਾਪ ਲਈਏ। ਤਜਿਓ ਕ੍ਰੋਧ ਕਹਿ ਪਰਹਿ ਨ ਦੁੰਦ। ਸੋ ਬਾਦਸ਼ਾਹ ਨੇ ਆਪਣਾ ਗੁੱਸਾ ਠੰਡਾ ਕਰ ਲਿਆ। ਹੁਣ ਲੜਾਈ ਨਹੀਂ ਕਰਨੀ, ਗੁਰੂ ਹਰਗੋਬਿੰਦ ਸਾਹਿਬ ਤੇ ਦੁਬਾਰਾ ਹਮਲਾ ਨਹੀਂ ਕਰਨਾ, ਇਹ ਸੋਚ ਕੇ ਬਾਦਸ਼ਾਹ ਟਿਕ ਗਿਆ। ਸੁਖ ਸੋ ਬਸ ਹੈ ਮੁਲਕ ਬਿਲੰਦ। ਮੇਰਾ ਮੁਲਕ ਸੁੱਖ ਨਾਲ ਵਸੀ ਜਾਵੇ, ਰਾਜ ਕੰਮ ਚੱਲੀ ਜਾਵੇ। ਨਾਲੇ ਗੁਰੂ ਹਰਗੋਬਿੰਦ ਸਾਹਿਬ ਨੇ ਤਾਂ ਹਮਲਾ ਨਹੀਂ ਕੀਤਾ, ਹਮਲਾ ਤੇ ਮੇਰੀ ਫੌਜ ਨੇ ਕੀਤਾ। ਉਹਦੇ ਆਪਣੇ ਘਰ ਬੈਠੇ ਸੀ, ਘਰ ਬੈਠਿਆਂ ਦੇ ਉੱਤੇ ਅਸੀਂ ਹਮਲਾ ਕੀਤਾ। ਜੇ ਸਾਡੇ ਬੰਦੇ ਮਾਰੇ ਗਏ ਤੇ ਕਸੂਰ ਸਾਡਾ ਹੀ ਹੈ। ਜੇ ਦੁਬਾਰਾ ਹਮਲਾ ਕਰਾਂਗੇ ਫਿਰ ਸਾਡਾ ਨੁਕਸਾਨ ਹੋ ਗਿਆ, ਫਿਰ ਲੋਕਾਂ ਨੇ ਕਹਿਣਾ ਬਾਦਸ਼ਾਹ ਮੂਰਖ ਹੈ, ਸਾਧੂਆਂ ਸੰਤਾਂ ਨਾਲ ਮੱਥੇ ਲਾਉਂਦਾ। ਇਸ ਕਰਕੇ ਬਾਦਸ਼ਾਹ ਨੂੰ ਥੋੜ੍ਹੀ ਅਕਲ ਆਈ ਤੇ ਆਪਣੇ ਆਪ ਨੂੰ ਕੰਟਰੋਲ ਵਿੱਚ ਕੀਤਾ। ਕਹਾਂ ਬਾਜ ਕੀ ਬਾਤ ਸੋ ਥੋਰੀ। ਬਾਦਸ਼ਾਹ ਸੋਚਣ ਲੱਗ ਪਿਆ ਵੀ ਬਾਜ ਦੀ ਗੱਲ ਨਹੀਂ ਸੀ ਕੋਈ ਐਡੀ ਵੱਡੀ, ਚਲੋ ਉਹਨਾਂ ਨੇ ਬਾਜ ਰੱਖ ਲਿਆ ਤਾਂ ਕੀ ਹੋ ਗਿਆ। ਸਾਧੂ ਸੰਤ ਮਹਾਤਮਾ ਨੂੰ ਉੱਦਾਂ ਵੀ ਤਾਂ ਲੋਕ ਗਿਫਟ ਦਿੰਦੇ ਨੇ, ਸੇਵਾ ਕਰਦੇ ਨੇ। ਥੋੜ੍ਹੀ ਜਿਹੀ ਗੱਲ ਪਿੱਛੇ ਮੈਂ ਇੰਨੇ ਬੰਦੇ ਮਰਵਾ ਬੈਠਾ ਤੇ ਆਪਣੀ ਬਦਨਾਮੀ ਕਰਾ ਬੈਠਾ। ਇਸ ਤੋਂ ਵੱਡੀ ਬਾਦਸ਼ਾਹ ਦੀ ਕੀ ਬਦਨਾਮੀ ਵੀ। ਗੁਰੂ ਸਾਹਿਬ ਸਾਧੂ ਸੰਤ ਤੇ ਉਹ ਐਡਾ ਵੱਡਾ ਬਾਦਸ਼ਾਹ, ਉਹਦੀਆਂ ਫੌਜਾਂ ਹਾਰ ਗਈਆਂ, 7000 ਫੌਜ ਮਾਰੀ ਗਈ, ਜੁੱਤੀਆਂ ਵੀ ਛੱਡ ਕੇ ਭੱਜ ਗਏ।
ਸ਼ਸਤਰ ਸੁੱਟ ਕੇ ਭੱਜ ਗਏ। ਇਸ ਤੋਂ ਵੱਡੀ ਨਮੋਸ਼ੀ ਕੀ ਸੀ? ਬਾਦਸ਼ਾਹ ਕਹਿੰਦਾ ਵੀ ਮੈਂ ਹਾਰ ਵੀ ਗਿਆ, ਬਦਨਾਮੀ ਵੀ ਕਰਾ ਲਈ ਹੈ, ਬੰਦੇ ਵੀ ਮਰਵਾ ਬੈਠਾ। ਥੋੜੀ ਜੀ ਗੱਲ ਪਿੱਛੇ ਇੰਨੀ ਲੜਾਈ ਮੈਨੂੰ ਛੇੜਨੀ ਨਹੀਂ ਸੀ ਚਾਹੀਦੀ। ਜੇ ਗੁਰ ਲਰਹ ਨਾ ਤੋ ਹਮ ਛੋਰੀ। ਹਾਂ, ਜੇ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਲੜਾਂਗੇ ਸਾਡਾ ਨੁਕਸਾਨ ਹੋਵੇਗਾ, ਇਸ ਕਰਕੇ ਇਹਨੂੰ ਟਾਲਣਾ ਹੀ ਚੰਗਾ ਹੋਣਾ। ਸੁਨ ਕੇ ਕਿੰਚ ਬੇਗ ਤਬ ਕਹਿਓ। ਕੋਲ ਕਿੰਚ ਬੇਗ ਖੜਾ ਸੀ। ਬਾਦਸ਼ਾਹ ਕਹਿਣ ਲੱਗਾ ਜੇ ਹੁਣ ਗੁਰੂ ਹਰਗੋਬਿੰਦ ਸਾਹਿਬ ਨਾ ਲੜਨ ਤੇ ਅਸੀਂ ਵੀ ਨਹੀਂ ਲੜਦੇ। ਕਿੰਚ ਬਾਗ ਕੋਲ ਖੜਾ ਸੀ। ਇਹ ਕਿੰਚ ਬੇਗ ਤੇ ਵਜ਼ੀਰ ਖਾਂ ਦੋਵੇਂ ਬੜੇ ਗੁਰੂ ਭਾਈ, ਗੁਰੂ ਦੇ ਪਿਆਰ ਵਾਲੇ, ਦੋਵਾਂ ਦਾ ਹੀ ਗੁਰੂ ਘਰ ਨਾਲ ਬਹੁਤ ਜ਼ਿਆਦਾ ਸਨੇਹ ਸੀ। ਕਿੰਚ ਬੇਗ ਬੋਲਿਆ, ਗੁਰ ਸੁਭਾਵ ਮੈਂ ਨੀਕੇ ਲਹਿਓ। ਹੇ ਬਾਦਸ਼ਾਹ ਸਲਾਮਤ, ਮੈਂ ਗੁਰੂ ਹਰਗੋਬਿੰਦ ਸਾਹਿਬ ਦੇ ਸੁਭਾਅ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ। ਦੇਸ਼ ਨਗਰ ਕੋ ਕੁਛ ਨਹ ਕਹੈ। ਉਹ ਨਾ ਪਬਲਿਕ ਨੂੰ ਤੰਗ ਕਰਦੇ ਨੇ, ਨਾ ਉਹ ਸਰਕਾਰ ਦੇ ਖਿਲਾਫ ਕੋਈ ਬਗਾਵਤ ਕਰਦੇ ਨੇ, ਨਾ ਕਿਸੇ ਨੂੰ ਨਹੱਕਾ ਮਾਰਦੇ ਨੇ। ਉਹ ਤਾਂ ਸਤਿਗੁਰੂ ਸਭਨਾਂ ਦਾ ਭਲਾ ਮਨਾਏਂਦਾ। ਉਹ ਤੇ ਹਰ ਦੁਨੀਆ ਦੇ ਹਰ ਜੀਵ ਦਾ, ਹਿੰਦੂ ਮੁਸਲਮਾਨ, ਹਰ ਇਨਸਾਨ ਦਾ ਭਲਾ ਕਰਦੇ। ਉਹਨਾਂ ਦੀ ਨਿਗਾਹ ਵਿੱਚ ਕੋਈ ਆਪਣਾ ਬਗਾਨਾ, ਵੱਡਾ ਛੋਟਾ ਨਹੀਂ ਹੈ। ਕਿਸੇ ਨਾਲ ਉਹ ਨਫ਼ਰਤ ਨਹੀਂ ਕਰਦੇ। ਅਰਹ ਸੈਨ ਤੋ ਰਣ ਹਠ ਗਹਿ। ਬਸ ਇੱਕੋ ਹੀ ਗੱਲ ਹੈ, ਜੇ ਕੋਈ ਉਹਨਾਂ ਨਾਲ ਅੜੇ ਫਿਰ ਉਹਨੂੰ ਛੱਡਦੇ ਨਹੀਂ। ਜੇ ਕੋਈ ਮੁਕਾਬਲਾ ਕਰੇ, ਉਹਨਾਂ ਤੇ ਹਮਲਾ ਕਰੇ, ਫਿਰ ਤਾਂ ਉਹ ਲੜਦੇ ਆ, ਪਰ ਆਪ ਉਹ ਕਿਸੇ ਤੇ ਹਮਲਾ ਨਹੀਂ ਕਰਦੇ। ਉਹ ਕਿਸੇ ਦਾ ਨੁਕਸਾਨ ਨਹੀਂ ਕਰਦੇ। ਉਹ ਤਾਂ ਕਿਸੇ ਨੂੰ ਮਾਰ ਕੇ ਰਾਜੀ ਨਹੀਂ। ਉਹਦੇ ਹਰ ਇਨਸਾਨ ਦਾ, ਹਰ ਜੀਵ ਜੰਤੂ ਦਾ ਭਲਾ ਕਰਨ ਵਾਲੇ ਮਹਾਂਪੁਰਸ਼ ਹਨ। ਹਾਂਜੀ, ਨਹੀਂ ਫਤੂਰ ਮੁਲਕ ਮੈਂ ਕਰਾਂ। ਇਹ ਮੈਂ ਤੁਹਾਨੂੰ ਗਰੰਟੀ ਦਿੰਦਾ, ਗੁਰੂ ਹਰਗੋਬਿੰਦ ਸਾਹਿਬ ਆਪਣੇ ਆਪ ਦੇਸ਼ ਵਿੱਚ ਕੋਈ ਫਤੂਰ ਨਹੀਂ ਪਾਣਗੇ, ਕੋਈ ਇਹੋ ਜਿਹਾ ਕੰਮ ਨਹੀਂ ਕਰਨਗੇ ਜਿਹਦੇ ਨਾਲ ਦੁਨੀਆ ਨੂੰ, ਪਬਲਿਕ ਨੂੰ ਕੋਈ ਪਰੇਸ਼ਾਨੀ ਹੋਵੇ। ਸਭ ਕੀ ਰੱਖਿਆ ਪਰ ਹਿਤ ਧਰੈ। ਉਹ ਤੇ ਸਭ ਦੀ ਰੱਖਿਆ ਕਰਨ ਵਾਲੇ ਨੇ। ਉਹ ਕਹਿੰਦੇ ਵੀ ਹਰ ਇਨਸਾਨ ਸੁਖੀ ਵਸੇ, ਹਿੰਦੂ ਹੋਵੇ, ਮੁਸਲਮਾਨ ਹੋਵੇ, ਕੋਈ ਵੀ ਹੋਵੇ, ਸਗਲ ਜਗਤ ਪ੍ਰਜਾ ਸੁਖੀ ਹੋਏ ਬਿਰਾਜੈ। ਇਹ ਗੁਰੂ ਸਾਹਿਬ ਦਾ ਸੁਪਨਾ ਹੈ। ਸਾਰੀ ਸ੍ਰਿਸ਼ਟੀ, ਸਾਰਾ ਸੰਸਾਰ, ਸਭ ਦਾ ਹੀ ਭਲਾ ਹੋਵੇ। ਉਹ ਰੋਜ਼ ਅਰਦਾਸ ਕਰਦੇ ਨੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਕਹਾ ਸ਼ਾਹ ਇਹ ਅੱਛੀ ਬਾਤ। ਬਾਦਸ਼ਾਹ ਕਹਿਣ ਲੱਗਾ ਜੇ ਇਹ ਗੱਲ ਹੈ ਤਾਂ ਫਿਰ ਬੜੀ ਵਧੀਆ ਗੱਲ ਹੈ, ਫਿਰ ਤਾਂ ਲੜਾਈ ਵਾਲਾ ਮਸਲਾ ਹੀ ਕੋਈ ਨਹੀਂ। ਜੇ ਗੁਰੂ ਹਰਗੋਬਿੰਦ ਸਾਹਿਬ ਕਿਸੇ ਤੇ ਹਮਲਾ ਨਹੀਂ ਕਰਦੇ, ਕਿਸੇ ਬੰਦੇ ਨੂੰ ਮਾਰਦੇ ਨਹੀਂ, ਕੋਈ ਲੜਾਈ ਨਹੀਂ ਕਰਦੇ, ਫਿਰ ਸਾਨੂੰ ਉਹਨਾਂ ਨਾਲ ਲੜਾਈ ਕਰਨ ਦਾ ਕੋਈ ਫਾਇਦਾ ਨਹੀਂ। ਨਹ ਦਲ ਪਠਹਿ ਹੋਏ ਨਰਕਾਤ। ਹੁਣ ਅਸੀਂ ਫੌਜ ਨਹੀਂ ਭੇਜਣੀ, ਹੁਣ ਅਸੀਂ ਦੁਬਾਰਾ ਕੋਈ ਛੇੜ ਨਹੀਂ ਛੇੜਨੀ। ਕਿੰਚ ਬੇਗ ਔਰ ਵਜ਼ੀਰ ਖਾਂ, ਤੁਸੀਂ ਗੁਰੂ ਹਰਗੋਬਿੰਦ ਸਾਹਿਬ ਨੂੰ ਮੇਰੇ ਵੱਲੋਂ ਵੀ ਕਹਿ ਦਿਓ ਵੀ ਉਹ ਜਿੱਥੇ ਰਹਿਣਾ ਚਾਹੁਣ ਰਹਿਣ, ਜਿੱਥੇ ਉਹ ਵਿਚਰਨਾ ਚਾਹਣ ਵਿਚਰਨ। ਬਸ ਇੰਨਾ ਖਿਆਲ ਰੱਖਣ ਵੀ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਾ ਕੋਈ ਕਰਨ। ਹਾਂਜੀ, ਸ਼੍ਰੀ ਅੰਮ੍ਰਿਤਸਰ ਬਸੇ ਨਾ ਸੋਈ। ਹਾਂ, ਗੁਰੂ ਹਰਗੋਬਿੰਦ ਨੇ ਹੁਣ ਅੰਮ੍ਰਿਤਸਰ ਨਹੀਂ ਰਹਿਣਾ ਤੇ ਅਸੀਂ ਉਹਨਾਂ ਨਾਲ ਕਿਉਂ ਲੜਾਈ ਕਰੀਏ। ਗਮਨੇ ਦੂਰ ਬਿਗਾਰ ਨਾ ਕੋਈ। ਦੂਰ ਚਲੇ ਗਏ ਨੇ, ਕੋਈ ਸਾਡਾ ਉਹਨਾਂ ਨੇ ਵਿਗਾੜਦਾ ਨਹੀਂ, ਅਸੀਂ ਉਹਨਾਂ ਦਾ ਕੁਝ ਨਹੀਂ ਵਿਗਾੜਨਾ। ਇਮ ਕਹਿ ਉਰਤੇ ਬਾਤ ਬਿਸਾਰੀ। ਇਦਾਂ ਕਹਿ ਕੇ ਬਾਦਸ਼ਾਹ ਨੇ ਉਹ ਲੜਾਈ ਜਿਹੜੀ ਸੀ ਨਾ ਖਤਮ ਕਰ ਦਿੱਤੀ। ਉਹ ਗੱਲ ਵਿਸਰ ਗਈ। ਉਹ ਗੱਲ, ਜਿਹੜਾ ਮਸਲਾ ਉਲਝਿਆ ਪਿਆ ਸੀ, ਉਹ ਠੰਡਾ ਪੈ ਗਿਆ। ਹਾਂਜੀ, ਕਰੀ ਮਕੂੜ ਚੜਨ ਕੀ ਤਿਆਰੀ। ਤੇ ਬਾਦਸ਼ਾਹ ਨੇ ਆਪ ਇੱਥੋਂ ਅੱਗੇ ਜਾਣ ਦੀ ਤਿਆਰੀ ਕਰ ਲਈ। ਉਹ ਲੜਾਈ ਦਾ ਉੱਥੇ ਹੀ ਠੱਪ ਦਿੱਤਾ ਕੰਮ ਸਾਰਾ। ਹਾਂਜੀ, ਇਸ ਪ੍ਰਕਾਰ ਲਵਪੁਰ ਮਹਿ ਸ਼ਾਂਤੀ। ਇਸ ਤਰ੍ਹਾਂ ਲਾਹੌਰ ਸ਼ਹਿਰ ਵਿੱਚ ਵੀ ਸ਼ਾਂਤੀ ਹੋ ਗਈ ਤੇ ਗੁਰੂ ਸਾਹਿਬ ਵੀ ਝਬਾਲ ਤੋਂ ਹੋ ਕੇ, ਤਰਨਤਾਰਨ ਤੋਂ ਹੋ ਕੇ ਗੋਇੰਦਵਾਲ ਸਾਹਿਬ ਚੱਲ ਪਏ। ਹੋਤ ਭਈ ਸੁਨ ਕੈ ਸਭ ਭਾਂਤੀ। ਸਭ ਪਾਸੇ ਸ਼ਾਂਤੀ ਹੋ ਗਈ। ਅਬ ਸਤਿਗੁਰ ਕੀ ਕਥਾ ਸੁਨੀਜੈ। ਹੁਣ ਸਾਧ ਸੰਗਤ ਜੀ ਗੁਰੂ ਮਹਾਰਾਜ ਦੀ ਕਥਾ ਸੁਣੀਏ। ਜਨਮ ਸਫਲ ਸ਼ਰੋਤਾ ਕਰ ਲੀਜੈ। ਇਹ ਸੁਣਨ ਵਾਲਿਓ, ਇਹ ਗੁਰੂ ਪਰਮੇਸ਼ਰ ਛੇਵੇਂ ਪਾਤਸ਼ਾਹ ਦੀ ਕਥਾ ਸੁਣਨ ਨਾਲ ਸਾਡਾ ਜਨਮ ਸਫਲਾ ਹੋਵੇਗਾ। ਦੋਹਰਾ ਸ਼੍ਰੀ ਗੁਰੂ ਹਰਗੋਬਿੰਦ ਜੀ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਛੇਵੇਂ ਪਾਤਸ਼ਾਹ, ਮੀਰੀਆਂ ਪੀਰੀਆਂ ਦੇ ਮਾਲਕ। ਉਲੰਘੇ ਪੰਥ ਅਸ਼ੇਖ। ਬਾਕੀ ਪੈਂਡਾ ਲੰਘ ਕੇ ਪਹੁੰਚੇ ਗੋਇੰਦਵਾਲ ਤਬ। ਸ੍ਰੀ ਗੋਇੰਦਵਾਲ ਸਾਹਿਬ ਆ ਪਹੁੰਚੇ। ਇਹ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਜਨਮ ਸਥਾਨ ਵੀ ਹੈ। ਬੀਬੀ ਭਾਨੀ ਦੇ ਪੇਕੇ ਗੁਰੂ ਅਰਜਨ ਦੇਵ ਜੀ ਦੇ ਨਾਨਕਿਆਂ ਦਾ ਘਰ ਹੈ ਤੇ ਗੁਰੂ ਅਮਰਦਾਸ ਪਾਤਸ਼ਾਹ ਦੀ ਨਗਰੀ ਹੈ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਏ ਬਣਿਆ। ਸ੍ਰੀ ਗੋਇੰਦਵਾਲ ਸਾਹਿਬ ਮਹਾਰਾਜ ਛੇਵੇਂ ਪਾਤਸ਼ਾਹ ਜੀ ਆ ਗਏ।
ਤਬ ਚਤੁਰ ਘਟੀ ਦਿਨ ਸ਼ੇਖ। ਸਾਧ ਸੰਗਤ ਜੀ ਸ਼ਾਮ ਦੇ ਕੋਈ 5-6 ਵਜੇ ਸਨ ਜਦੋਂ ਮਹਾਰਾਜ ਇੱਥੇ ਆ ਗਏ। ਹਾਂਜੀ, ਚੌਪਈ ਪੁਰ ਮਹਿ ਸੁਧ ਹੋਈ ਤਤਕਾਲਾ। ਉਹ ਮਹਾਰਾਜ ਦੇ ਆਉਣ ਦੀ ਖਬਰ ਨਗਰ ਦੇ ਵਿੱਚ ਪਹੁੰਚ ਗਈ। ਪਹਿਲਾਂ ਹੀ ਸੇਵਾਦਾਰ ਨੇ ਜਾ ਕੇ ਦੱਸਤਾ ਵੀ ਗੁਰੂ ਸਾਹਿਬ ਆ ਰਹੇ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਹਾਂਜੀ, ਮੁਗਲ ਮਾਰ ਗੁਰ ਸਪਟ ਬਿਸਾਲਾ। ਮਾਂ ਬਲੀ ਜੋਧੇ ਦਲ ਭੰਜਨ ਗੁਰਸੂਰ ਮਾਂ ਬੜ ਜੋਧਾ ਵੋ ਪਰਉਪਕਾਰੀ ਪਾਤਸ਼ਾਹ 6-7 ਹਜ਼ਾਰ ਤੁਰਕਾਂ ਨੂੰ ਮਾਰ ਕੇ ਮੁਗਲਾਂ ਨੂੰ ਆਏ ਹਨ। ਰਣ ਕਰ ਤੁਰਕ ਸੰਬੂਹ ਸੰਘਾਰੇ। ਬੜੇ ਤੁਰਕਾਂ ਨੂੰ ਤੇਗ ਦੇ ਘਾਟ ਜਮ ਲੋਕ ਭੇਜ ਕੇ ਜੰਗ ਫਤਿਹ ਕਰਕੇ ਆਏ ਹਨ। ਜੇਤ ਬਚੇ ਜੇ ਪਾਜ ਸਿਧਾਰੇ। ਜਿਹੜੇ ਭੱਜ ਕੇ ਬਚੇ ਉਹ ਬਚੇ, ਬਾਕੀ ਤੇ ਸਾਰੇ ਪਾਰ ਲੰਘਾ ਦਿੱਤੇ। 7,000 ਚੋਂ 150 ਬੰਦਾ ਮਸੀਂ ਬਚਿਆ, ਬਾਕੀ ਸਾਰੇ 7,000 ਮਾਰੇ ਗਏ। ਮੁਗਲ ਸਿੱਖਾਂ ਵੱਡਾ ਜਰਨੈਲ 7,000 ਫੌਜ ਦਾ ਮਾਲਕ ਮਾਰਿਆ ਗਿਆ। ਇਸ ਥਲ ਜੋਤ ਕਟੰਬ ਗੁਰ ਆਏ। ਇੱਥੇ ਗੁਰੂ ਸਾਹਿਬ ਆ ਰਹੇ ਨੇ ਸਾਡੀ ਨਗਰੀ ਗੋਇੰਦਵਾਲ ਵਿੱਚ, ਪਰਿਵਾਰ ਸਮੇਤ ਆ ਰਹੇ ਨੇ। ਜਿਨ ਕੇ ਸੰਗ ਸੁਪਟ ਸਮੁਦਾਇ। ਨਾਲ ਗੁਰੂ ਜੀ ਦੀ ਫੌਜ ਵੀ ਆ ਰਹੀ ਹੈ। ਭਾਈ ਬਿਧੀ ਚੰਦ, ਪੈਂਦੇ ਖਾਂ ਵਰਗੇ ਸੂਰਮੇ ਵੀ ਆ ਰਹੇ ਨੇ। ਹਾਂਜੀ, ਤਜ ਤਜ ਨਿਜ ਨਿਜ ਕਾਜ ਸਿਧਾਏ। ਸ੍ਰੀ ਗੋਇੰਦਵਾਲ ਸਾਹਿਬ ਦੀਆਂ ਸੰਗਤਾਂ ਨੂੰ ਚਾਹ ਚੜ ਗਿਆ। ਉਹ ਕਹਿੰਦੇ ਸਤਿਗੁਰੂ ਆਏ, ਚਲੋ ਆਪਣੇ ਆਪਣੇ ਕੰਮ। ਜੇ ਕੋਈ ਦੁਕਾਨਦਾਰ ਸੀ ਤੇ ਉਹਨੇ ਦੁਕਾਨ ਖੁੱਲੀ ਛੱਡ ਦਿੱਤੀ, ਦੌੜ ਪਿਆ। ਜੇ ਕੋਈ ਖੇਤਾਂ 'ਚ ਹਲ ਵਾਹੁੰਦਾ ਸੀ ਤੇ ਹਲ ਵਾਹੁਣਾ ਛੱਡ ਕੇ ਦੌੜ ਪਿਆ। ਜਿਹੜੀਆਂ ਬੀਬੀਆਂ ਭੈਣਾਂ ਘਰ 'ਚ ਚੁੱਲ੍ਹਾ ਚੌਂਕਾ ਰੋਟੀ ਪ੍ਰਸ਼ਾਦਾ ਦਾਲ ਸਬਜ਼ੀ ਬਣਾਉਂਦੀਆਂ, ਉੱਥੇ ਹੀ ਛੱਡ ਕੇ ਦੌੜ ਪਈ, ਚਲੋ ਮਹਾਰਾਜ ਦੇ ਦਰਸ਼ਨ ਕਰੀਏ। ਹਾਂਜੀ, ਕਹਿ ਗੁਰ ਦਰਸਹ ਦੌਰਤ ਆਏ। ਸਾਰੇ ਗੋਇੰਦਵਾਲ ਦਾ ਬੱਚਾ ਬਜ਼ੁਰਗ ਜਵਾਨ, ਬੱਚੇ ਬੀਬੀਆਂ ਬੁੱਢੇ ਸਭ ਆ ਗਏ। ਲੈ ਕਰ ਮੇਵਾ ਗਨ ਪਕਵਾਨ। ਕੋਈ ਮੇਵੇ ਬਦਾਮ ਲੈ ਆਇਆ, ਕੋਈ ਪੱਕੀਆਂ ਮਠਿਆਈਆਂ ਲੈ ਆਇਆ, ਕੋਈ ਫਲ ਫਰੂਟ ਲੈ ਆਇਆ ਵੀ ਚਲੋ ਗੁਰੂ ਸਾਹਿਬ ਦਾ ਸਤਿਕਾਰ ਕਰੀਏ, ਉਹਨਾਂ ਨੂੰ ਮਿਲੀਏ। ਆਏ ਮਿਲੇ ਸਤਿਗੁਰ ਭਗਵਾਨ। ਕੋਈ ਆ ਕੇ ਮਹਾਰਾਜ ਦੇ ਚਰਨਾਂ ਤੇ ਬਦਾਮ ਤੇ ਕੋਈ ਮਠਿਆਈਆਂ ਤੇ ਕੋਈ ਫਲ ਫਰੂਟ ਰੱਖਦਾ ਤੇ ਮੱਥੇ ਟੇਕਦੇ ਨੇ। ਧਰ ਪ੍ਰਸਾਦ ਕੋ ਬੰਦਨ ਕੀਨ। ਗੁਰੂ ਚਰਨਾਂ 'ਚ ਪ੍ਰਸ਼ਾਦ ਰੱਖ ਕੇ ਤੇ ਮਹਾਰਾਜ ਨੂੰ ਨਮਸਕਾਰ ਕੀਤੀ ਹੈ ਪਿੰਡ ਵਾਲਿਆਂ ਨੇ। ਹਾਥ ਜੋੜ ਸਿੱਖ ਪਏ ਅਧੀਨ। ਸਾਰੇ ਗੋਇੰਦਵਾਲ ਸਾਹਿਬ ਦੇ ਸਿੱਖ ਹੱਥ ਜੋੜ ਕੇ ਖੜੇ ਦਰਸ਼ਨਾਂ ਦੇ ਲਈ। ਮਹਾਰਾਜ ਦੇ ਦਰਸ਼ਨ ਹੋ ਰਹੇ ਨੇ 6ਵੇਂ ਪਾਤਸ਼ਾਹ ਦੇ। ਕਿਰਪਾ ਦ੍ਰਿਸ਼ਟ ਤੇ ਸਰਬ ਨਿਹਾਰੇ। ਮਹਾਰਾਜ ਮੇਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਜੀ ਸਤਿਗੁਰੂ ਹਰਗੋਬਿੰਦ ਸਾਹਿਬ ਨੇ ਸਾਰੀ ਸੰਗਤ ਵੱਲ ਮਿਹਰ ਦੀ ਦ੍ਰਿਸ਼ਟੀ ਨਾਲ ਵੇਖਿਆ, ਕਿਰਪਾ ਦ੍ਰਿਸ਼ਟੀ ਕੀਤੀ। ਕੁਸ਼ਲ ਪ੍ਰਸ਼ਨ ਸਭ ਸੰਗ ਉਚਾਰੇ। ਇਸ ਬੱਚੇ ਦਾ ਹਾਲ ਪੁੱਛਿਆ। ਇਹ ਮਹਾਰਾਜ ਦੀ ਵਡਿਆਈ ਸੀ। ਜਿੰਨੀ ਸੰਗਤ ਆਉਂਦੀ ਸੀ ਸਾਰਿਆਂ ਵੱਲ ਦ੍ਰਿਸ਼ਟੀ ਪਾਉਂਦੇ ਸੀ ਤੇ ਸਾਰਿਆਂ ਨੂੰ ਪੁੱਛਦੇ ਸੀ, ਰਾਜੀ ਹੋ, ਸੁਖੀ ਹੋ, ਪਰਿਵਾਰ ਠੀਕ ਹੈ। ਤੇ ਸਾਧ ਸੰਗਤ ਜਦੋਂ ਸਤਿਗੁਰੂ ਪੁੱਛ ਲੈਣ ਤੇ ਫਿਰ ਦੁੱਖ ਰਹਿੰਦਾ ਹੀ ਕੋਈ ਨਹੀਂ। ਆਖੋ ਸ੍ਰੀ ਵਾਹਿਗੁਰੂ। ਮਹਾਰਾਜ ਦੀ ਬਾਣੀ ਵਿੱਚ ਬਚਨ ਆਉਂਦਾ, ਜੋ ਕਹੋ ਮੁਖੋਂ ਸੇਵਕ ਇਹ ਬੈਸੀਆ ਸੁਖ ਨਾਨਕ ਅੰਤ ਨਾ ਪਾਏ। ਜਦੋਂ ਗੁਰੂ ਪੁੱਛੇ ਆ ਮੇਰੇ ਬੱਚੇ, ਆ ਮੇਰੇ ਸਿੱਖ, ਤੇ ਉਹ ਫਿਰ ਕੋਈ ਸੁੱਖ ਦਾ ਆਨੰਦ ਦਾ ਅੰਤ ਥੋੜਾ। ਕਿੱਡੀ ਵੱਡੀ ਗੱਲ ਆ ਉਹ ਉਹਨਾਂ ਸਿੱਖਾਂ ਵਾਸਤੇ ਜਿਹੜੇ ਗੁਰੂ ਨਾਲ ਪ੍ਰੇਮ ਕਰਦੇ ਸੀ। ਨਿਹਾਲ ਹੋ ਗਏ 6ਵੇਂ ਪਾਤਸ਼ਾਹ ਦੇ ਬਚਨ ਸੁਣ ਕੇ। ਆਸਵਾਸਨ ਕਰ ਸਾਥ ਲਏ ਹੈ। ਗੁਰੂ ਸਾਹਿਬ ਨੇ ਸਾਰਿਆਂ ਨੂੰ ਦਿਲਾਸਾ ਦਿੱਤਾ ਤੇ ਨਾਲ ਨਾਲ ਤੁਰ ਪਏ। ਸੰਗਤਾਂ ਸ਼ਬਦ ਪੜ੍ਹਦੀਆਂ ਨੇ, ਆਵੋ ਸੱਜਣਾ ਹਉ ਦੇਖਾਂ ਦਰਸ਼ਨ ਤੇਰਾ ਰਾਮ। ਘਰ ਆਪਨੜੇ ਖੜੀ ਤੱਕਾਂ ਮੈਂ ਮਨ ਚਾਓ ਕਢੇਰਾ ਰਾਮ। ਏਦਾਂ ਸੰਗਤਾਂ ਦਰਸ਼ਨ ਕਰਦੀਆਂ ਲੈ ਚਲੀਆਂ ਗੁਰੂ ਸਾਹਿਬ ਨੂੰ। ਪ੍ਰਥਮ ਬਾਵਲੀ ਨਿਕਟ ਗਏ। ਪਹਿਲਾਂ ਸ੍ਰੀ ਬੌਲੀ ਸਾਹਿਬ, ਜਿਹੜੀ ਗੁਰੂ ਸਾਹਿਬ ਜੀ ਨੇ 84 ਪੌੜੀਆਂ ਦੀ ਬੌਲੀ ਬਣਾਈ ਹੈ। 84 ਲੱਖ ਜੂਨਾਂ ਵਿੱਚੋਂ ਜੀਵ ਆਤਮਾ ਦਾ ਖਹਿੜਾ ਛੁੱਟ ਜਾਵੇ, ਐਸੀ ਸੱਚੇ ਪਾਤਸ਼ਾਹ ਨੇ ਬਿਧ ਬਣਾਈ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ। ਉਸ ਸ੍ਰੀ ਬੌਲੀ ਸਾਹਿਬ ਤੇ ਜਾ ਕੇ ਇਸ਼ਨਾਨ ਕੀਤਾ ਹੈ। ਬੰਧਨ ਕੀਨ ਅਗਾਰੀ ਥਰੇ। ਕਹਿੰਦੇ ਮਹਾਰਾਜ ਨੇ ਬੌਲੀ ਸਾਹਿਬ ਮੱਥਾ ਟੇਕਿਆ, ਹੱਥ ਜੋੜ ਕੇ ਨਮਸਕਾਰ ਕੀਤੀ, ਧੰਨ ਗੁਰੂ ਅਮਰਦਾਸ ਜੀ ਨੂੰ ਯਾਦ ਕੀਤਾ। ਡੇਰਾ ਸਕਲ ਵਹਿਰ ਹੀ ਕਰੇ। ਸਾਰੀ ਫੌਜ ਨੇ ਉੱਥੇ ਡੇਰਾ ਬਾਹਰ ਹੀ ਕਰ ਲਿਆ। ਬੈਠ ਤਹਾਂ ਗੁਰ ਸਿੱਖਿਆ ਪਠਾਇਓ। ਮਹਾਰਾਜ ਉੱਥੇ ਬੈਠ ਗਏ ਬੌਲੀ ਸਾਹਿਬ ਦੇ ਕੋਲ, ਜਿੱਥੇ ਗੁਰੂ ਅਮਰਦਾਸ ਜੀ ਦੀਵਾਨ ਲਾਉਂਦੇ ਸੀ। ਅੱਜ ਗੁਰੂ ਹਰਗੋਬਿੰਦ ਸਾਹਿਬ ਉੱਥੇ ਬੈਠੇ ਤੇ ਉੱਥੇ ਬੈਠ ਕੇ ਇੱਕ ਸੇਵਾਦਾਰ ਨੂੰ ਭੇਜਿਆ ਹੈ। ਸਭ ਕੁਟੰਬ ਕੋ ਨਿਕਟ ਬੁਲਾਇਓ। ਆਪਣਾ ਪਰਿਵਾਰ ਸਾਰਾ, ਗੁਰੂ ਅਮਰਦਾਸ ਜੀ ਦਾ ਪਰਿਵਾਰ ਸਾਰਿਆਂ ਨੂੰ ਬੁਲਾ ਲਿਆ। ਪੰਚੋ ਸਾਹਿਬ ਜਾਦੇ ਆਨੋ। ਪੰਜੇ ਸਾਹਿਬਜ਼ਾਦਿਆਂ ਨੂੰ ਵੀ ਕਿਹਾ ਲੈ ਕੇ ਆਓ। ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ, ਬਾਬਾ ਅਟਲ ਰਾਏ ਜੀ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ। ਇਹ ਪੰਜੇ ਪੁੱਤਰ
ਬੁਲਾ ਲਏ ਨੇ ਕੋਲ ਕਹੋ ਜਾਏ ਬਾਪੀ ਇਸ਼ਨਾਨੋ। ਤੇ ਆਪਣੇ ਪੰਜਾਂ ਪੁੱਤਰਾਂ ਨੂੰ ਕਹਿੰਦੇ ਆ ਭਾਈ ਬੇਟਾ ਪਹਿਲਾਂ ਬੌਲੀ ਸਾਹਿਬ ਇਸ਼ਨਾਨ ਕਰੋ। ਸਾਧ ਸੰਗਤ ਜੀ ਇਹ ਗੱਲਾਂ ਗੁਰੂਆਂ ਨੇ ਸਾਨੂੰ ਦਸੀਆਂ ਤੇ ਅੱਜ ਕੱਲ੍ਹ ਬੌਲੀਆਂ ਤੇ ਸਰੋਵਰਾਂ ਤੇ ਕਿੰਤੂ ਪਰੰਤੂ ਹੋ ਰਿਹਾ। ਕਹਿੰਦੇ ਗੁਰੂ ਸਾਹਿਬ ਨੂੰ ਕੀ ਲੋੜ ਸੀ ਬੌਲੀਆਂ ਬਣਾਉਣ ਦੀ। ਹੁਣ ਦੱਸੋ ਜੇ ਗੁਰੂ ਸਾਹਿਬ ਨੂੰ ਇੰਨਾ ਕੁ ਗਿਆਨ ਅਸੀਂ ਦੇਣ ਵਾਲੇ ਹੋਈਏ ਤੇ ਫਿਰ ਗੁਰੂ ਦੀ ਕੀ ਲੋੜ ਹੈ, ਸਿੱਖ ਹੀ ਗੁਰੂ ਬਣ ਜਾਣਗੇ। ਮਹਾਰਾਜ ਕਹਿੰਦੇ ਪਹਿਲਾਂ ਬੌਲੀ 'ਚ ਇਸ਼ਨਾਨ ਕਰੋ। ਹਾਂਜੀ, ਤਾਏ ਸਿੱਖ ਡੇਰੇ ਮਹਿ ਆਹਿਓ। ਸਾਰੇ ਸਿੱਖ ਗੁਰੂ ਮਹਾਰਾਜ ਦੇ ਆ ਗਏ ਤੇ ਸਾਹਿਬਜ਼ਾਦਿਆਂ ਨੂੰ ਵੀ ਸੁਨੇਹਾ ਭੇਜਿਆ ਸਿੱਖ ਦੇ ਰਾਹੀਂ। ਹਾਂਜੀ, ਸਭ ਸੋ ਸਤਿਗੁਰ ਹੁਕਮ ਸੁਨਾਹਿਓ। ਸਾਹਿਬਜ਼ਾਦੇ ਆ ਗਏ ਤੇ ਮਹਾਰਾਜ ਨੇ ਹੁਕਮ ਸੁਣਾਇਆ। ਸੁਨ ਸਭ ਗਏ ਕਰਨ ਇਸ਼ਨਾਨ। ਸਾਰੇ ਇਸ਼ਨਾਨ ਕਰਨ ਬੌਲੀ ਥੱਲੇ ਗਏ। 84 ਪੌੜੀਆਂ ਥੱਲੇ ਉਤਰਨਾ ਪੈਂਦਾ। ਭਾਗਾਂ ਵਾਲੇ ਨੇ ਜਿਨ੍ਹਾਂ ਨੇ ਸ੍ਰੀ ਗੋਇੰਦਵਾਲ ਸਾਹਿਬ ਦਰਸ਼ਨ ਕੀਤੇ, ਇਸ਼ਨਾਨ ਕੀਤੇ। ਮਰਜ਼ਾਦਾ ਇਹ ਹੈ ਇੱਕ ਵਾਰੀ ਇਸ਼ਨਾਨ ਕਰਕੇ 1 ਨੰਬਰ ਪੌੜੀ ਤੇ ਬਹਿ ਕੇ ਜਪਜੀ ਸਾਹਿਬ ਦਾ ਪਾਠ ਕਰੇ, ਫਿਰ ਦੂਸਰਾ ਇਸ਼ਨਾਨ ਕਰਕੇ ਦੂਸਰੀ ਪੌੜੀ ਤੇ ਬਹਿ ਕੇ ਸ੍ਰੀ ਜਪਜੀ ਸਾਹਿਬ ਦਾ ਪਾਠ ਕਰੇ। ਇਸ ਤਰ੍ਹਾਂ 84 ਵਾਰੀ ਗੁਰੂ ਕੇ ਸਿੱਖ ਉੱਥੇ ਅਭਿਆਸੀ ਕਰਦੇ ਆ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਕਿਰਪਾ ਨਾਲ 84 ਕੱਟੀ ਜਾਂਦੀ ਹੈ। ਇਹ ਗੁਰੂ ਅਮਰਦਾਸ ਦਾ ਬਚਨ ਹੈ। ਕਈ ਲੋਕ ਕਹਿੰਦੇ ਕਿਵੇਂ ਕੱਟੀ ਜਾਂਦੀ, ਅਸੀਂ ਕਹਿੰਦੇ ਹਾਂ ਵੀ ਗੁਰੂ ਨੇ ਕਿਹਾ ਹੈ ਬਸ ਕੱਟੀ ਜਾਂਦੀ। ਵਿਸ਼ਵਾਸ ਤਾਂ ਗੁਰੂ ਦੇ ਬਚਨ ਤੇ ਹੋਣਾ ਚਾਹੀਦਾ, ਗੁਰੂ ਦੇ ਬਚਨ ਤੇ ਭਰੋਸਾ ਹੋਣਾ ਚਾਹੀਦਾ। ਜੇ ਗੁਰੂ ਇੱਕ ਵਾਰੀ ਕਹਿ ਦੇਵੇ ਤੇ ਇੱਕੋ ਵਾਰੀ ਬੇੜਾ ਪਾਰ ਹੋ ਜਾਂਦਾ। ਹਾਂਜੀ, ਮਰਵਾਹੀ ਦਮੋਦਰੀ ਜਾਨ। ਮਾਤਾ ਦਮੋਦਰੀ ਜੀ ਤੇ ਮਾਤਾ ਮਰਵਾਈ ਜੀ। ਹਾਂਜੀ, ਅਪਰ ਨਾਨਕੀ ਤੀਨੋ ਆਏ। ਮਾਤਾ ਨਾਨਕੀ ਜੀ ਤਿੰਨੇ ਮਹਿਲ ਗੁਰੂ ਹਰਗੋਬਿੰਦ ਸਾਹਿਬ ਦੇ ਆ ਗਏ। ਸ਼ਰਧਾ ਧਰ ਕਰ ਨਮੋ ਨਹਾਈ। ਸਾਰੀਆਂ ਮਾਤਾਵਾਂ ਨੇ, ਇੱਕ ਪਾਸੇ ਬੀਬੀਆਂ ਵਾਸਤੇ ਹੈ, ਇੱਕ ਪਾਸੇ ਸਿੰਘਾਂ ਵਾਸਤੇ, ਵਿੱਚ ਪਰਦਾ ਬਣਿਆ ਹੋਇਆ। ਮਾਤਾ ਜੀ ਨੇ ਵੱਖਰੇ ਪਾਸੇ ਇਸ਼ਨਾਨ ਕੀਤਾ, ਸਾਹਿਬਜ਼ਾਦਿਆਂ ਨੇ ਦੂਜੇ ਪਾਸੇ ਇਸ਼ਨਾਨ ਕੀਤਾ। ਸ਼੍ਰੀ ਗੁਰਦਿੱਤਾ ਆਦਿਕ ਨੰਦ। ਬਾਬਾ ਗੁਰਦਿੱਤਾ ਜੀ ਤੇ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ ਇਸ਼ਨਾਨ ਕੀਤਾ। ਕਰੇ ਇਸ਼ਨਾਨ ਬਿਲੋਕ ਆਨੰਦ। ਸਾਰਿਆਂ ਨੇ ਇਸ਼ਨਾਨ ਕੀਤਾ, ਦਰਸ਼ਨ ਕੀਤੇ ਸ੍ਰੀ ਬੌਲੀ ਸਾਹਿਬ ਜੀ ਦੇ। ਸ਼੍ਰੀ ਹਰਗੋਬਿੰਦ ਮੱਜਨ ਕੀਨਾ। ਗੁਰੂ ਹਰਗੋਬਿੰਦ ਸਾਹਿਬ ਆਪ ਵੀ ਇਸ਼ਨਾਨ ਕੀਤਾ ਸ੍ਰੀ ਬੌਲੀ ਸਾਹਿਬ ਵਿੱਚ। ਹਾਂਜੀ, ਬੈਠੇ ਸੰਗਤ ਸਹਿਤ ਪ੍ਰਬੀਨਾ। ਸੰਗਤ ਸਮੇਤ ਸਤਿਗੁਰੂ ਬੈਠ ਕੇ ਦੀਵਾਨ ਲਾ ਲਿਆ। ਸ਼੍ਰੀ ਗੁਰ ਅਮਰ ਅੰਸ ਮਿਲ ਆਏ। ਗੁਰੂ ਅਮਰਦਾਸ ਮਹਾਰਾਜ ਦੇ ਸਾਹਿਬਜ਼ਾਦੇ, ਉਹਨਾਂ ਦੇ ਪੋਤਰੇ, ਉਹ ਸਾਰੇ ਪਰਿਵਾਰ ਦੇ ਜੀ ਆਏ। ਭਾਂਤ ਭਾਂਤ ਭਗਵਾਨ ਸੋ ਲਿਆਏ। ਉਹ ਬੜੀਆਂ ਸੋਹਣੀਆਂ ਮਠਿਆਈਆਂ, ਫਲ ਫਰੂਟ ਗੁਰੂ ਸਾਹਿਬ ਨੂੰ ਮੱਥਾ ਟੇਕਣ ਲਈ ਲੈ ਕੇ ਸਤਿਕਾਰ ਵਜੋਂ ਜਥਾ ਜੋਗ ਮਿਲ ਸਭ ਕੇ ਸਾਥ। ਜਥਾ ਜੋਗ ਸਾਰਿਆਂ ਨੂੰ ਮਿਲ ਕੇ ਸ੍ਰੀ ਗੋਇੰਦਵਾਲ ਸਾਹਿਬ ਜਿੰਨੇ ਵੀ ਸੰਗਤਾਂ ਸੀ, ਗੁਰੂ ਪਰਿਵਾਰ ਸੀ, ਭੱਲੇ ਸਾਹਿਬਜ਼ਾਦੇ, ਉਹਨਾਂ ਨੂੰ ਮਿਲ ਕੇ ਕੁਸ਼ਲ ਪ੍ਰਸ਼ਨ ਸੁਨ ਕਰ ਕਹਿਨਾਥ। ਸਾਰਿਆਂ ਦਾ ਸੁਖ ਸ਼ਾਂਤ ਪੁੱਛੀ। ਗੁਰੂ ਸਾਹਿਬ ਨੇ ਹਾਲ ਚਾਲ ਪੁੱਛਿਆ। ਪੁਨ ਤਤ ਛਿਨ ਉਠ ਗੁਰੂ ਸਿਧਾਰੇ। ਫਿਰ ਮਹਾਰਾਜ ਉੱਠ ਕੇ ਗਏ ਹਨ ਜਹ ਰਹਿ ਸ਼੍ਰੀ ਗੁਰ ਅਮਰ ਚਬਾਰੇ। ਚੁਬਾਰਾ ਸਾਹਿਬ, ਜਿੱਥੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ 22 ਸਾਲ ਗੁਰਤਾ ਗੱਦੀ ਤੇ ਰਹੇ ਨੇ, ਉਸ ਚੁਬਾਰੇ ਵਿੱਚ ਹੀ ਵਾਸ ਕੀਤਾ। ਅੱਜ ਵੀ ਉੱਥੇ ਸਾਧ ਸੰਗਤ ਜੀ ਉਹ ਕਿੱਲੀ ਮੌਜੂਦ ਹੈ, ਜਿਹਨੂੰ ਫੜ ਕੇ ਮਹਾਰਾਜ ਸਾਰੀ ਸਾਰੀ ਰਾਤ ਖੜੇ ਰਹਿੰਦੇ ਤੇ ਭਜਨ ਕਰਿਆ ਕਰਦੇ ਸਨ। ਉੱਥੋਂ ਇੱਕ ਸਾਹਮਣੇ ਖਿੜਕੀ ਸੀ, ਸੰਗਤਾਂ ਆਉਂਦੀਆਂ ਸਨ, ਮਹਾਰਾਜ ਖੜੇ ਹੁੰਦੇ ਸੀ ਕਿੱਲੀ ਫੜ ਕੇ। ਬਿਰਧ ਅਵਸਥਾ ਸੀਗੀ ਤੇ ਕਿੱਲੀ ਫੜ ਕੇ ਖੜੇ ਸਾਰਾ ਦਿਨ ਭਜਨ ਕਰੀ ਜਾਣਾ। ਉੱਥੋਂ ਸੰਗਤਾਂ ਨੇ ਮੱਥਾ ਟੇਕਣਾ, ਖਿੜਕੀ 'ਚੋਂ ਦਰਸ਼ਨ ਕਰਕੇ ਚਲੇ ਜਾਣਾ ਤੇ ਉਸ ਜਗ੍ਹਾ ਤੇ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਚੁਬਾਰਾ ਸਾਹਿਬ ਮੱਥਾ ਟੇਕਿਆ। ਸਨੈ ਸਨੈ ਪਰ ਅੰਤਰ ਗਏ। ਇੱਥੇ ਸਾਧ ਸੰਗਤ ਜੀ ਚੁਬਾਰਾ ਸਾਹਿਬ ਵਿੱਚ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਜਨਮ ਸਥਾਨ ਹੈ। ਇੱਥੇ ਹੀ ਗੁਰੂ ਰਾਮਦਾਸ ਪਾਤਸ਼ਾਹ ਜੋਤੀ ਜੋਤ ਸਮਾਏ ਨੇ। ਇਹ ਬੜੀ ਮਹਾਨ ਪਵਿੱਤਰ ਧਰਤੀ ਹੈ ਸ੍ਰੀ ਚੁਬਾਰਾ ਸਾਹਿਬ। ਹਾਂਜੀ, ਦਰਸ਼ਨ ਜਾਏ ਕਰਤ ਤਬ ਭਏ। ਜਾ ਕੇ ਮਹਾਰਾਜ ਦੇ ਦਰਸ਼ਨ ਕੀਤੇ ਹਨ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਬਾਰ ਦੇ। ਕਰ ਬੰਧਨ ਰਜ ਮਸਤਕ ਲਾਈ। ਗੁਰੂ ਹਰਗੋਬਿੰਦ ਸਾਹਿਬ ਨੇ ਮੱਥਾ ਟੇਕਿਆ ਤੇ ਚੁਬਾਰੇ ਸਾਹਿਬ ਦੀ ਧੂੜ ਚੁੱਕ ਕੇ ਨਾ ਮੱਥੇ ਨੂੰ ਲਾਈ ਹੈ ਕਿ ਜਿੱਥੇ ਅਜਾਇਬ ਹੈ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਗੁਰਸਿੱਖੀ ਸੋ ਥਾਨ ਭਾਲਿਆ, ਲੈ ਧੂਰ ਮੁਖ ਲਾਵਾ। ਧਰਿਓ ਧਿਆਨ ਗੁਰ ਬਿਨਾ ਅਲਾਈ। ਤੇ ਗੁਰੂ ਸਾਹਿਬ ਦੇ, ਗੁਰੂ ਅਮਰਦਾਸ ਦੇ ਚਰਨਾਂ ਦਾ ਧਿਆਨ ਧਰ ਕੇ ਨਾ ਛੇਵੇਂ ਪਾਤਸ਼ਾਹ ਅਰਦਾਸ ਕਰਦੇ ਆ। ਫਤਿਹ ਗੁਰੂ ਨਿਵੇਸ ਕੋ ਆਏ। ਤੇ ਨਮਸਕਾਰ ਕਰਕੇ ਮੱਥਾ ਟੇਕ ਕੇ ਜਿੱਥੇ ਡੇਰਾ ਸੀ ਉੱਥੇ ਆ ਗਏ ਫੌਜਾਂ ਦੇ ਵਿੱਚ। ਉੱਥੇ ਮਹਾਰਾਜ ਨੇ ਆਸਣ ਲਾਇਆ। ਉਸ ਤੋਂ ਅਗਲੀ ਕਥਾ ਸਾਧ ਸੰਗਤ ਜੀ ਆਪਾਂ ਅੱਗੇ ਸਰਵਣ ਕਰਾਂਗੇ।